ਮੇਰੇ ਹੁੰਦਿਆਂ ਵੀ ਇੱਥੇ ਬੰਦਾ ਫੌਤ ਹੋਇਆ ਸੀ ਤਕਰੀਬਨ। ਲੜਾਈ ਸੀ? ਪਤਾ ਨਹੀਂ, ਉਹ ਫਾਂਸੀ ਲੱਗਾ ਹੋਇਆ ਸੀ, ਲਾਇਆ ਸੀ ਉੱਥੇ ਹੀ ਸਾਂ ਮੈਂ ਉਸ ਕੈਂਪ ਦੇ ਅੰਦਰ। ਉੱਥੇ ਜੂੰ ਲਾਇਆ ਤੇ ਉਹਨੇ ਨਾਲ ਹੀ ਪੁਲਿਸ ਨੂੰ ਫੋਨ ਕਰਤਾ। ਬੱਸ ਵਾਲੇ ਨੇ? ਬੱਸ ਵਾਲੇ ਨੇ, ਸਾਰੀ ਜੋ ਬੱਸ ਡਿੰਕੀ ਵਾਲਿਆਂ ਦੀ ਸੀ, ਸਾਰੀ ਬੱਸ ਪਾਕਿਸਤਾਨੀ ਅਸਲਾਮ ਵਾਲੇਕੁਮ ਜੀ ਦੋਸਤੋ, ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਅਵੈਸ ਭਾਈ ਦੀ ਬਿਲਗਰਾਡ ਜਿਹੜਾ ਸਰਬੀਆ ਦਾ ਕੈਪੀਟਲ ਹੈ ਉਸ ਤੋਂ ਅਗਲੀ ਸਟੋਰੀ ਜਿਹੜੀ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਨੀ ਹੈ। ਤੇ ਇਹਨਾਂ ਨੇ ਸਰਬੀਆ ਤੋਂ ਬਾਅਦ ਬੋਸਨੀਆ ਜਾਣਾ, ਬੋਸਨੀਆ ਤੋਂ ਬਾਅਦ ਕਰੋਸ਼ੀਆ, ਫਿਰ ਸਲਵੀਨੀਆ, ਫਿਰ ਇਟਲੀ, 4-5 ਕੰਟਰੀਆਂ ਦੀ ਇਹ ਸਟੋਰੀ ਹੈ ਵੇ। ਤੇ ਤੁਸੀਂ ਅੱਜ ਤੁਹਾਡੇ ਨਾਲ ਅਸੀਂ ਉਹ ਸ਼ੇਅਰ ਕਰਾਂਗੇ। ਇੱਕ ਤੁਹਾਡੇ ਅੱਗੇ ਛੋਟੀ ਜਿਹੀ ਰਿਕੁਐਸਟ ਹੈ, ਤੇ ਜਿਹੜੇ ਸਾਡੇ ਭਰਾ ਟਿਕਟੋਕ ਯੂਜ਼ ਕਰਦੇ ਨੇ, ਇਸ ਜਿਹੜੀ ਅਵੈਸ ਭਾਈ ਦੀ ਟਿਕਟੋਕ ਆਈਡੀ ਹੈ, ਤੁਸੀਂ ਉਹਨੂੰ ਫਾਲੋ ਕਰੋ। ਥੱਲੇ ਮੈਂਸ਼ਨ ਮੈਂ ਕਰ ਦਿੰਦਾ, ਇਜਰਾਰ ਗੁੱਜਰ, ਇਜਰਾਰ ਦੇ ਨਾਂ ਦੀ ਥੱਲੇ ਡਿਸਕ੍ਰਿਪਸ਼ਨ 'ਚ ਤੁਹਾਨੂੰ ਉਹਦਾ ਲਿੰਕ ਵੀ ਮਿਲ ਜਾਏਗਾ। ਤੇ ਇਜਰਾਰ ਭਾਈ ਨੂੰ ਫਾਲੋ ਕਰੋ। ਉਹਦੇ ਉੱਤੇ ਇਟਲੀ ਦੀਆਂ ਵੀਡੀਓ ਅਪਲੋਡ ਕਰਦੇ ਰਹਿੰਦੇ ਨੇ, ਬੜੀਆਂ ਜ਼ਬਰਦਸਤ ਵੀਡੀਓ ਬਣਾਉਂਦੇ ਨੇ, ਮੈਂ ਵੇਖੀਆਂ ਨੇ। ਤੇ ਹੁਣ ਅਸੀਂ ਇਹਨਾਂ ਦੀ ਸਟੋਰੀ ਸੁਣਾਂਗੇ, ਬਿਲਗਰਾਡ ਤੋਂ ਅਗਲੀ ਸਟੋਰੀ, ਕਿ ਕੀ ਹੋਇਆ ਇਹਨਾਂ ਦੇ ਨਾਲ, ਕੀ ਸਿਸਟਮ ਸੀ। ਮੈਨੂੰ ਤਾਂ ਆਂਦੇ ਪਏ ਨੇ ਕਿ ਜਿਹੜੀ ਅਗਲੀ ਸਟੋਰੀ ਹੈ ਨਾ ਉਹ ਐਂਡ ਹੀ ਹੈ, ਮਤਲਬ ਜਿਹੜੀਆਂ ਮੁਸੀਬਤਾਂ ਅਗਲੀ ਸਟੋਰੀਆਂ 'ਚ ਕੁਛ ਵੀ ਨਹੀਂ ਆਇਆ। ਪਿੱਛੇ ਜਿਹੜੀ ਸੁਣਾਈ ਹੈ ਨਾ ਉਹ ਤਾਂ ਕੁਛ ਵੀ ਮੁਸੀਬਤਾਂ ਨਹੀਂ ਆਇਆ। ਤੇ ਵੇਖਦੇ ਹਾਂ, ਮੈਂ ਵੀ ਬੜਾ ਜਿਹੜਾ ਹੁੰਦਾ ਮਤਲਬ ਐਕਸਾਈਟਿਡ ਜਿਹਨੂੰ ਆਖਦੇ ਨੇ ਹੋ ਰਿਹਾ ਕਿ ਵੇਖੀਏ ਕਿਸ ਤਰ੍ਹਾਂ ਦਾ ਕੀ ਸਟੋਰੀ ਹੈ ਇਹਨਾਂ ਦੀ। ਤੇ ਲਓ ਜੀ ਸੁਣਾਓ ਜੀ ਸਾਨੂੰ। ਜੀ ਮੈਂ ਪਹਿਲੇ ਦੱਸਿਆ ਕਿ ਮੈਂ ਯੂਨਾਨ ਤੋਂ ਤਕਰੀਬਨ ਸਰਬੀਆ ਦਾ ਕੈਪੀਟਲ ਜਿਹੜਾ ਬਿਲਗਰਾਡ ਮੈਂ 9-10 ਦਿਨਾਂ 'ਚ ਪਹੁੰਚਿਆ। ਇੱਕ ਦਫਾ ਡਿਪੋਰਟ ਵੀ ਹੋਇਆ ਸੀ ਨਾ ਬਿਲਗਰਾਡ। ਫਿਰ ਅਸੀਂ ਮਤਲਬ ਰਾਤ ਕੱਢੀਏ ਤੇ ਦਿਨੇ ਅਸੀਂ ਸਲਾਹ ਬਣਾਈਏ। ਪੈਸੇ ਕੋਈ ਨਹੀਂ ਸਨ, ਸਾਰੇ ਪੈਸੇ ਲੱਗ ਗਏ ਸਨ, 300-400 ਯੂਰੋ ਸਾਰੇ ਲੱਗ ਗਏ ਸਨ। ਮੈਂ ਫਿਰ ਹਾਂਜੀ ਉਹ ਬਿਲਗਰਾਡ ਤੱਕ ਹੀ ਲੱਗ ਗਏ ਸਨ। ਜਿਹੜੇ ਦੇਣੇ ਹਨ 500 ਯੂਰੋ ਉਹਦੇ ਤੋਂ ਇਲਾਵਾ? ਹਾਂਜੀ ਉਹਨਾਂ ਤੋਂ ਇਲਾਵਾ ਇਹ ਖਰਚਾ ਸੀ ਸਿਰਫ, ਜਿਹੜਾ 400-550 ਦੇਣਾ ਸੀ ਨਾ ਇਹਦੇ ਤੋਂ ਇਲਾਵਾ। ਅੱਛਾ ਮਤਲਬ ਤੁਹਾਡਾ 1000-1200 ਰੁਪਈਆ ਟੋਟਲ ਲੱਗ ਗਿਆ ਬਿਲਗਰਾਡ ਤੱਕ ਆਉਂਦੇ। ਬਿਲਗਰਾਡ ਤੱਕ ਬਿਲਕੁਲ ਲੱਗ ਗਿਆ ਇਹਨਾਂ। ਤੇ ਮੈਂ ਤੇ ਇੱਕ ਹੋਰ ਮੁੰਡੇ ਨੇ ਸਲਾਹ ਬਣਾਈ, ਉਹਨੇ ਕਿਹਾ ਚਲੋ 300 ਯੂਰੋ ਮੰਗਾਉਂਦੇ ਆ, 150 ਦੋਵਾਂ ਦਾ। ਤੇ ਕਿੱਥੋਂ ਮੰਗਵਾਉਂਦੇ ਆ? ਪਾਕਿਸਤਾਨੋਂ। ਅੱਛਾ। ਤੇ ਅਸੀਂ ਦੁਕਾਨ ਤੇ ਵਾਵਾ ਦੁਕਾਨਾਂ ਲੱਭਦੇ ਰਹੇ ਹਾਂ, ਕੋਈ ਲੱਭੀ ਨਹੀਂ ਆਇਆ। ਇੱਕ ਲੱਭੀ ਹੈ, ਉਹਦੇ ਨਾਲ ਉਹਨੂੰ ਕਿਹਾ ਤਸਵੀਰ ਤੇ ਪੈਸੇ ਆਈ ਜਾਣਗੇ। ਉਹਨੇ ਕਿਹਾ ਨਹੀਂ, ਪਾਸਪੋਰਟ ਦੀ। ਅੱਛਾ। ਤੇ ਉਹਨੇ ਕਿਹਾ ਨਹੀਂ, ਮੈਂ ਤੁਹਾਨੂੰ ਪਾਸਪੋਰਟ ਆਪਣਾ ਦਿੰਨੀ ਆ, ਉਹਦੇ ਮੈਂ 10 ਰੁਪਏ ਲਾਂਗੇ ਐਕਸਟਰਾ, ਇਹ ਕਟੌਤੀ ਤੋਂ ਲੈਦਾ। ਕਿੰਨੇ ਪੈਸਿਆਂ ਦੇ? 100 ਯੂਰੋ ਦਾ। 100 ਯੂਰੋ ਪਿੱਛੇ 10 ਰੁਪਏ ਆਪਣੀ ਨੇ ਕਮਿਸ਼ਨ ਲੈਣੀ ਸੀ, ਆਪਣੇ ਨਾਂ ਤੇ ਪੈਸੇ ਮੰਗਵਾ ਰਹੀ ਸੀ। ਹਾਂ ਬਿਲਕੁਲ। ਅੱਛਾ। ਤੇ 300 ਯੂਰੋ ਉਹਨੇ ਕਿਹਾ, 3 ਉਹਨੇ ਉਹ ਕੱਟੇ, ਜਿਹੜੀ ਕਟੌਤੀ ਬਣਦੀ ਸੀ ਉਹ ਕੱਟੀ ਉਹਨੇ। ਸਾਨੂੰ ਸਿਰਫ 300 ਯੂਰੋ ਚੋਂ ਨਾ 120-25 ਯੂਰੋ ਮਿਲੇ ਨੇ ਦੋਵਾਂ ਨੂੰ। ਕਿੰਨੇ ਦਿਨਾਂ ਬਾਅਦ ਪੈਸੇ ਮਿਲੇ ਹਨ, ਮਤਲਬ ਮੰਗਵਾਏ ਕਿੰਨੇ ਦਿਨਾਂ? 10 ਉਸੇ ਟਾਈਮ ਆ ਗਏ ਹਨ ਉਹਨੇ ਉੱਥੋਂ ਦਿੱਤੇ ਨੇ ਤੇ ਇੱਥੇ ਸਾਨੂੰ ਮਿਲ ਗਏ ਨੇ। ਤਕਰੀਬਨ 3-4 ਘੰਟੇ ਲੱਗ ਗਏ ਸਾਨੂੰ। ਮਤਲਬ ਵੈਸਟਰਨ ਯੂਨੀਅਨ ਦੇ ਥਰੂ? ਹਾਂਜੀ ਵੈਸਟਰਨ ਯੂਨੀਅਨ। ਸਹੀ ਹੈ। ਪੈਸੇ ਲੈ ਲਏ ਤੁਸੀਂ, ਉਹਨੇ ਫੀ 100 ਪਿੱਛੇ ਉਹਨੇ 10 ਰੁਪਏ ਲਏ? ਅੱਛਾ ਬਿਲਕੁਲ। ਅੱਛਾ। ਤੇ ਜਾ ਅਸੀਂ ਸਟੇਸ਼ਨ ਤੇ ਗਏ ਆ, ਉੱਥੇ ਏਜੰਟ ਨਾਲ ਗੱਲਬਾਤ ਕੀਤੀ, ਉਹ ਪੁਰਾਣੇ ਏਜੰਟ ਨਾਲ ਹੀ। ਉਹਨੇ ਕਿਹਾ 120 ਲਾਂਗਾ ਮੈਂ ਪੈਦਲ ਵਾਲੀ ਦਾ, ਤੇ 200 ਲਾਂਗਾ ਮੈਂ ਟੈਕਸੀ ਵਾਲੀ ਦਾ। ਕਿੱਥੋਂ ਤੱਕ ਦਾ? ਬੋਸਨੀਆ ਦਾ। ਬੋਸਨੀਆ ਦਾ ਗੱਲ ਹੋਈ ਹੈ। ਤੇ ਉਹਨੇ ਕਿਹਾ ਸਹੀ ਹੈ, ਤੁਸੀਂ ਅੱਜ ਹੀ ਤੁਹਾਨੂੰ ਗੇਮ 'ਚ ਵੀ ਪਾ ਦੇਣਾ। ਉਹ ਡਾਇਰੈਕਟ ਅਗਰ ਕੋਈ ਉੱਥੋਂ ਸਿੱਧਾ ਇਟਲੀ ਤੱਕ ਦਾ ਨਹੀਂ ਕੋਈ ਲੈ ਕੇ ਜਾਂਦਾ? ਕੋਈ ਚੱਕਰ ਨਹੀਂ ਹੈ, ਸਟੈਪ ਬਾਈ ਸਟੈਪ ਹੁੰਦਾ। ਕਿਉਂਕਿ ਧੋਖੇ ਬਹੁਤ ਜ਼ਿਆਦਾ ਹੁੰਦੇ ਨੇ ਨਾ, ਤਾਂ ਕਰਕੇ ਫਿਰ ਖੁਦ ਬੰਦਾ ਫਿਰ ਸੋਚ ਸਮਝ ਕੇ ਕੋਈ ਏਜੰਟ ਨਾਲ ਆਪਣੇ ਨਾਲ ਆਪ ਗੱਲ ਕਰਦਾ। ਅੱਛਾ ਸਹੀ। ਤਾਂ ਕਰਕੇ ਤੇ ਅਸੀਂ ਉਹਦੇ ਨਾਲ 200 'ਚ ਮਤਲਬ ਗੱਲ ਮੁਕਾ ਲਈ ਸੀ ਕਿ ਕੀ ਜਲੀਲ ਹੋਵਾਂਗੇ ਪੈਦਲ। ਅੱਛਾ। ਤੇ ਨਿਕਲ ਆਏ ਉੱਥੋਂ, ਟਿਕਟਾਂ ਲਈਆਂ ਨੇ, ਲੂਬੀਆ ਸ਼ਹਿਰ ਹੈ ਸਰਬੀਆ ਦਾ। ਟਿਕਟਾਂ ਕਿੰਨੇ ਏਜੰਟ ਨੇ ਲੈ ਦਿੱਤੀਆਂ? ਨਾ ਜੀ ਆਪਣੇ ਪੱਲਿਓਂ ਲਈਆਂ, ਜਿਹੜਾ ਪੈਸੇ ਮੰਗਵਾਏ ਸਨ ਪਾਕਿਸਤਾਨ। ਉਹ ਲੈ ਰਿਹਾ ਸੀ 200? ਉਹਨੇ ਸਿਰਫ ਇੱਕ ਹਿਸਾਬ ਦੀ ਨਹਿਰ ਪਾਰ ਕਰਾਈ ਹੈ ਤੇ ਅੱਧਾ ਘੰਟਾ ਗੱਡੀ ਚੱਲੀ ਹੈ। ਨਹਿਰ ਕਾਦੀ ਉੱਥੇ? ਉਹ ਯੂਨਾਨ ਜਿਹੜਾ ਸਰਬੀਆ ਤੇ ਬੋਸਨੀਆ ਦੇ ਬਾਰਡਰ, ਉੱਥੇ ਵੀ ਨਹਿਰ ਹੈ ਕੋਈ? ਹਾਂਜੀ ਉਹ ਸਗੋਂ ਵੱਡੀ ਨਹਿਰ ਹੈ ਯੂਨਾਨ ਨਾਲੋਂ ਵੀ। ਅੱਛਾ ਟਿਕਟਾਂ ਤੁਸੀਂ ਲੈ ਲਈਆਂ? ਅੱਛਾ ਜੀ ਟਿਕਟਾਂ ਲਈਆਂ ਤੇ ਉੱਥੋਂ ਸਾਨੂੰ ਉਹਨੇ ਨੇੜੇ ਜਾ ਕੇ ਨਾ ਬਿਲਕੁਲ ਨਹਿਰ ਦੇ ਤੇ ਪਹਿਲੇ ਲਾਤਾ, ਉਹ ਸ਼ਹਿਰ 'ਚ ਨਹੀਂ ਲਾਇਆ। ਜਿਹੜੇ ਨਾਲ ਸੀ ਕੋਈ ਨਹੀਂ ਸੀ, ਐਸੀ 4-5 ਜਣੇ ਸਾਂ। ਏਜੰਟ ਬੋਸਨੀਆ ਹੁੰਦਾ ਸੀ। ਅੱਛਾ ਏਜੰਟ ਬੋਸਨੀਆ ਸੀ। ਅੱਛਾ।
ਤੇ ਉਹਨੇ ਲਾਤਾ। ਅਸੀਂ ਉੱਥੇ ਫਿਰਦੇ ਰਹੇ ਹਾਂ, ਹੋਰ ਵੀ ਪਾਕਿਸਤਾਨੀ ਉੱਥੇ ਆਏ ਸਨ, ਉੱਥੋਂ ਨਿਕਲਦੀਆਂ ਸਨ ਪੈਦਲ ਦੀਆਂ ਗੇਮਾਂ ਜਿੱਥੇ ਉਹਨੇ ਲਾਇਆ ਬੱਸ ਵਾਲੇ ਨੇ। ਅੱਛਾ, ਉੱਥੇ ਬੜੀ ਆਵਾਮ ਸੀ ਪਾਕਿਸਤਾਨੀ। ਸ਼ਹਿਰ 'ਚ ਰਹਿੰਦੀ ਸੀ ਕਿ ਜੰਗਲਾਂ 'ਚ? ਸ਼ਹਿਰ 'ਚ ਕੋਈ ਚੱਕਰ ਹੀ ਨਹੀਂ ਹੈ। ਅੱਛਾ, ਅਸੀਂ ਸਟੇਸ਼ਨ ਤੇ ਖਲੋਤੇ ਰਹੇ ਹਾਂ ਤੇ ਬੱਸ ਆਈ ਏ। ਉਹ ਬੱਸ ਨੂੰ ਅਸੀਂ 2-2 ਯੂਰੋ ਦੀ ਉਹਨੇ ਟਿਕਟ ਦਿੱਤੀ। ਉਹਨੇ ਕਿਹਾ ਮੈਂ ਚਲੋ ਅਗਲੇ ਸ਼ਹਿਰ ਤੱਕ ਲਾ ਦਿਆਂਗਾ। ਅੱਛਾ, ਆਖਰੀ ਜਿਹੜਾ ਬਾਰਡਰ ਦਾ ਸ਼ਹਿਰ ਹੋਏਗਾ ਨਾ ਉੱਥੋਂ ਤੱਕ ਅਸੀਂ ਉੱਥੋਂ ਤੱਕ ਗੱਲ ਕੀਤੀ, ਲੇਕਿਨ ਉਹਨੇ ਉੱਥੋਂ ਵੀ ਨਹੀਂ ਲਾਇਆ, ਪਿੱਛੇ ਹੀ ਲਾਤਾ ਉਹਨੇ। ਅੱਛਾ, ਉੱਥੇ ਜੂੰ ਲਾਇਆ ਤੇ ਉਹਨੇ ਨਾਲ ਹੀ ਪੁਲਿਸ ਨੂੰ ਫੋਨ ਕਰਤਾ। ਬੱਸ ਵਾਲੇ ਨੇ? ਬੱਸ ਵਾਲੇ ਨੇ। ਸਾਰੀ ਜੋ ਬੱਸ ਡੰਕੀ ਵਾਲਿਆਂ ਦੀ ਸੀ, ਸਾਰੀ ਬੱਸ ਪਾਕਿਸਤਾਨੀ ਹੋਰ ਕੋਈ ਮੁਲਕਾਂ ਦੇ ਹਨ? ਪਾਕਿਸਤਾਨੀ ਸਨ ਟੋਟਲ ਹੀ ਉਹਦੇ ਵਿੱਚ। ਤੇ ਨਾਲ ਹੀ ਤਕਰੀਬਨ ਅਸੀਂ ਲੱਥੇ ਆ ਤੇ ਪੁੱਲ ਸੀ ਨਹਿਰ ਦੇ ਬਿਲਕੁਲ ਨਾਲ, ਉੱਥੋਂ ਵੀ ਪੈਦਲ ਦੀਆਂ ਨਿਕਲਦੀਆਂ ਸਨ। ਅਸੀਂ ਉਹ ਪੁੱਲ ਜਿਹੜਾ ਨਾ ਪਾਰ ਕਰਕੇ ਨਹਿਰ ਦੇ ਕਿਨਾਰੇ ਤੇ ਜਾਣਾ ਸੀ। ਅਸੀਂ ਫਿਰ ਰਾਬਤਾ ਕਰਨਾ ਸੀ ਏਜੰਟ ਨਾਲ। ਉੱਥੇ ਸਿਮਾਂ ਵੀ ਬੰਦ ਹੋ ਗਈਆਂ ਸਨ ਸਰਬੀਆ ਦੀਆਂ ਨਾ। ਨੈਟ ਸਿੰਗਲਰ ਨਹੀਂ ਸੀ ਆ ਰਹੇ। ਬੋਸਨੀਆ ਦੀ ਚੱਲਦੀਆਂ ਸਨ, ਬੋਸਨੀਆ ਦੀ ਵੀ ਹੈ ਸੀ ਸਾਡੇ ਕੋਲ ਸਿਮ। ਅੱਛਾ ਜੀ। ਤੇ ਉਹ ਨਾਲ ਹੀ ਪੁਲਿਸ ਆਈ ਹੈ, ਨਾਲ ਹੀ ਉਹ ਕੁੰਬੀ ਆ ਗਈ, ਕੈਦੀਆਂ ਵਾਲੀ ਗੱਡੀ। ਅੱਛਾ, ਫੇਰ ਖੁੰਬੀ ਆ ਗਈ? ਫੇਰ ਕੁੰਬੀ ਸਾਲੇ ਪਹਾੜਾਂ 'ਚ ਜਾ ਛੱਡ ਆਏ ਸਾਨੂੰ। ਉਹਨਾਂ ਫੇਰ ਫੜ ਲਿਆ ਤੁਹਾਨੂੰ? ਪਹਾੜਾਂ 'ਚ ਲੈ ਗਏ ਸਾਨੂੰ। ਨਹੀਂ, ਤੁਹਾਨੂੰ ਫੜ ਲਿਆ ਸਾਰਿਆਂ ਨੂੰ ਉਹਨਾਂ ਨੇ? ਅਸੀਂ ਤਾਂ ਨੱਸ ਗਏ ਸਨ। ਹਾਂ, ਦਸਤੀ ਪੁਲਿਸ ਆਈ। ਹਾਂ, ਸਾਡੇ ਆਲੇ ਦੁਆਲੇ ਉਹਨਾਂ ਘੇਰਾ ਪਾ ਲਿਆ। ਅੱਛਾ। ਪਾ ਕੇ ਉਹਨਾਂ ਸਾਨੂੰ 15-15 20 ਕਰਕੇ ਨਾ ਲੈ ਗਏ। ਕਿੰਨੇ ਹੋ ਟੋਟਲ ਤੁਸੀਂ? ਉਹ ਬੱਸ ਭਰੀ ਸੀ ਸਾਰਿਆਂ ਦੀ, ਮੈਂ ਗਿਣਤੀ ਤੇ ਨਹੀਂ ਕੀਤੀ ਹੈ, ਲੇਕਿਨ ਸਾਨੂੰ ਲੈ ਗਏ ਨਾ ਜੰਗਲ 'ਚ ਛੱਡ ਆਏ। ਕਿੱਥੇ, ਕਿੰਨੀ ਕੁ ਦੂਰੀਆਂ ਕਿੱਥੇ ਕਰਕੇ? 20-25 ਕਿਧਰੇ ਹੋਰ ਛੱਡਤੇ 20-25 ਕਿਧਰੇ ਹੋਰ। ਜੰਗਲ 'ਚ ਪਹਾੜੀ ਇਲਾਕਾ ਸੀ ਬਿਲਕੁਲ। ਤੇ ਨਾ ਉੱਥੇ ਸਿੰਗਲਾ ਨਾ ਕੋਈ ਲੋਕੇਸ਼ਨ ਚੱਲੇ। ਅਸੀਂ ਫਿਰ ਤੁਰਦੇ ਗਏ, ਮਤਲਬ ਚੱਲਦੇ ਰਹੇ। ਤੇ ਟੈਕਸੀਆਂ ਵਾਲੇ ਆਉਣ, ਉਹ ਪੈਸੇ ਮੰਗਦੇ ਸਨ। ਕਦੀ ਕੋਈ ਕਹਿੰਦਾ ਫ੍ਰੀ ਬੰਦੇ ਦੇ 10 ਯੂਰੋ, ਕੋਈ 20 ਯੂਰੋ ਕਹਿੰਦਾ ਸੀ। ਇੱਕ ਨਾਲ ਸਿਰਫ ਸਟੇਸ਼ਨ ਤੱਕ, ਬੱਸ ਸਟੇਸ਼ਨ ਤੱਕ। ਅਸੀਂ ਇੱਕ ਨਾਲ ਗੱਲਬਾਤ ਮੁਕਾਈਏ। ਅਸੀਂ ਕਿਹਾ ਚਾਰੇ ਜਣੇ ਆਪਸ 'ਚ ਅਸੀਂ ਕਿਹਾ ਕਿ 5-5 ਯੂਰੋ ਦਿੰਦੇ ਆ, 20 ਯੂਰੋ ਦਿੰਦੇ ਆ ਤੈਨੂੰ, ਸਾਨੂੰ ਸਟੇਸ਼ਨ ਤੱਕ ਛੱਡ ਆ। ਉਹ ਸਟੇਸ਼ਨ ਤੇ ਲੈ ਕੇ ਗਿਆ ਸਾਨੂੰ, 20 ਯੂਰੋ 'ਚ ਉਹਦੇ ਨਾਲ ਗੱਲ ਮੁੱਕ ਗਈ। ਸ਼ਹਿਰ, ਉਹ ਸਟੇਸ਼ਨ ਉਸੇ ਸ਼ਹਿਰ ਦਾ ਜਿੱਥੇ ਤੁਸੀਂ ਬੱਸ ਤੇ ਚੜੇ ਹੋ, ਬਾਰਡਰ ਦੇ ਉੱਤੇ ਜਿਹੜਾ ਸ਼ਹਿਰ ਸੀ? ਬਿਲਕੁਲ। ਤੇ ਉੱਥੋਂ ਅਸੀਂ ਟਿਕਟਾਂ ਲੈਣੀਆਂ ਸਨ ਹਲੇ, ਤੇ ਉੱਥੇ ਲੈ ਕੇ ਗਏ ਨੇ। ਉਹ ਬੰਦ ਹੋ ਗਿਆ ਸੀ ਸਟੇਸ਼ਨ ਨਾ। ਉਹਨੇ ਕਿਹਾ ਤੁਸੀਂ ਹੁਣ ਅੰਦਰ ਨਹੀਂ ਆ ਸਕਦੇ। ਸੋਰੀ ਕੀਤੀ ਉਹਨੇ ਸਾਡੇ ਅੱਗੇ, ਕਹਿੰਦਾ ਮਾਜ਼ਰਤ ਕਰਨਾ ਵਾ, ਬੰਦ ਹੋ ਗਿਆ। ਤੇ ਨਹੀਂ, ਬੰਦ ਕਿਉਂ ਹੋ ਗਿਆ? ਮਤਲਬ ਰਾਤ ਦਾ ਟਾਈਮ ਸੀ 2:30 ਦਾ। ਅੱਛਾ। ਤੇ ਉਹ ਕਹਿੰਦਾ ਮੈਂ ਹੁਣ ਤੁਹਾਡੇ ਵਾਸਤੇ ਕੋਈ ਹੈਲਪ ਨਹੀਂ ਕਰ ਸਕਦਾ, ਤੁਸੀਂ ਜਿੱਥੇ ਮਰਜ਼ੀ ਸੋਵੋ, ਫੁੱਟਬਾਲ ਤੇ ਜਾਂ ਜਿੱਥੇ ਰੋਡ ਤੇ ਜਿੱਥੇ ਮਰਜ਼ੀ ਰਹੋ। ਅੱਛਾ, ਮੈਂ ਕੋਈ ਨਹੀਂ ਤੁਹਾਡੀ ਹੈਲਪ ਕਰਦਾ। ਉਹ ਸਟੇਸ਼ਨ ਵੱਡਾ ਸੀ ਤੇ ਅਸੀਂ ਫਿਰ ਰਾਹ ਲੱਭਿਆ ਉੱਥੇ ਅੰਦਰ ਵੜਨ ਦਾ। ਚੋਰੀ ਉਹਦੇ ਸਟੇਸ਼ਨ 'ਚ ਵੜੇ ਆ, ਬੱਸ 'ਚ ਸੋ ਗਏ ਆ ਜਾ ਕੇ। ਤੇ ਬੱਸ ਕੀ ਮਤਲਬ ਕੋਈ ਖੁੱਲੀ ਬੱਸ? ਡੈਵੋ ਬੱਸ, ਹਾਂਜੀ ਖੁੱਲੀ ਸੀ। ਅੱਛਾ। ਸਾਰੇ ਦਰਵਾਜ਼ੇ ਖੁੱਲੇ ਸਨ। ਠੰਡ ਬੜੀ ਹੋਈ ਹੈ ਤੇ ਮੇਰੇ ਕੋਲ ਤੇ ਚਾਦਰ ਹੈ ਸੀ, ਮੈਂ ਮਾਰੀ ਸੀ ਬੁੱਕਲ। ਅੱਛਾ। ਤੇ ਉਹ ਆਪਣਾ ਨਾ ਕੀ ਲਈਦਾ, ਉੱਥੇ ਸਵੇਰ ਹੋ ਗਈ ਸਾਨੂੰ ਨਾ, ਮਤਲਬ ਕੋਈ ਬਹਿ ਕੇ ਇਵੇਂ ਕੋਈ ਬੈਠਾ, ਕੋਈ ਬੁੱਕਲ ਮਾਰ ਕੇ ਬੈਠਾ। ਸਵੇਰ ਹੋ ਗਈ, ਬੈਠੇ ਅਸੀਂ ਸੁੱਤੇ ਸਨ। ਸਵੇਰ ਹੋਈ ਹੈ, ਨਾਲ ਹੀ ਉਹਨਾਂ ਕਿਹਾ ਕਿ ਉਹ ਆਇਆ ਚੌਕੀਦਾਰ। ਉਹਨੇ ਸਾਨੂੰ ਕੋਈ ਬਦਤਮੀਜ਼ੀ ਨਹੀਂ ਕੀਤੀ। ਉਹਨੇ ਕਿਹਾ ਕਿਉਂ ਆ ਕੇ ਸੁੱਤੇ ਹੋ? ਕੋਈ ਗੱਲ ਨਹੀਂ। ਉਹਨੇ ਕਿਹਾ ਟਿਕਟਾਂ ਲਓ ਤੇ ਜਾਓ ਜਿੱਥੇ ਜਾਣਾ। ਅਸੀਂ ਟਿਕਟਾਂ ਲਈਆਂ ਲੋਬੀਆ ਦੀਆਂ। ਅੱਛਾ। ਲੋਬੀਆ ਬਾਰਡਰ ਦੇ ਉੱਤੇ ਬਿਲਕੁਲ। ਤੁਸੀਂ ਪਹਿਲਾਂ ਇਹ ਪਿੱਛੇ ਸੋ ਥੋੜਾ? ਹਾਂਜੀ, ਉਹ ਪਿੰਡ ਹੈ, ਸ਼ਹਿਰ ਨਹੀਂ ਹੈ, ਪਿੰਡ ਹੈ। ਅੱਛਾ। ਬਾਰਡਰ ਤੇ ਬਿਲਕੁਲ। ਹਾਂਜੀ। ਉੱਥੋਂ ਅਸੀਂ ਮਤਲਬ ਨਹਿਰ ਪਾਰ ਕਰਨੀ ਸੀ। ਉਹਨੇ ਲੋਕੇਸ਼ਨ ਦਿੱਤੀ ਡੈਂਕਰ ਨੇ। ਡੈਂਕਰ ਵੀ ਘਰ ਬਹਿ ਕੇ ਸਾਨੂੰ ਲੋਕੇਸ਼ਨ ਤੇ ਦੱਸ ਰਿਹਾ, ਇੱਥੇ ਜਾਓ, ਇੱਥੇ ਜਾਓ, ਇੱਥੇ ਜਾਓ। ਅਸੀਂ ਜਾਂਦੇ ਰਹੇ। ਖੈਰ 5 ਬੰਦੇ? ਹਾਂਜੀ। ਫਿਰ ਹੋਰ ਵੀ ਰਲ ਗਏ ਸਾਡੇ ਨਾਲ। ਤਕਰੀਬਨ ਅਸੀਂ ਨਾ 11 ਜਣੇ ਹੋ ਗਏ ਪਾਕਿਸਤਾਨੀ ਤੇ 6 ਜਣੇ ਉਹ ਇਰਾਨੀ ਸਨ। ਉਹ ਵੀ ਸਾਡੇ ਨਾਲ ਹੀ ਡਿੰਕੀ ਲਾਣੇ ਸੀ ਉਹਨਾਂ ਨੇ ਵੀ। ਤੇ ਉਹਨੇ ਕਿਹਾ ਕਿ ਕਹਿੰਦਾ ਕਿ ਇੱਥੇ ਨਹਿਰ ਦੇ ਬੰਨੇ ਤੇ ਖਲੋਤੇ ਹਾਂ ਅਸੀਂ, ਬਿਲਕੁਲ ਸਾਹਮਣੇ। ਸਾਨੂੰ ਪਤਾ ਲੱਗ ਰਿਹਾ ਕਿ ਉਹ ਪਰਾਂ ਬੋਸਨੀਆ ਤੇ। ਨਹਿਰ ਕਿਸ ਤਰ੍ਹਾਂ ਦੀ ਸੀ? ਨਹਿਰ ਵੱਡੀ ਨਹਿਰ ਸੀ, ਜਿਵੇਂ ਕਿ ਜਿਸ ਤਰ੍ਹਾਂ ਪਿੱਛੇ ਯੂਨਾਨ ਵਾਲੀ ਸੀ।
ਹਾਂ ਯੂਨਾਨ ਤੋਂ ਵੀ ਵੱਡੀ ਸੀ ਕਿ ਅੱਛਾ। ਹਾਂਜੀ ਬੜੀ ਵੱਡੀ ਨਹਿਰ ਹੈ ਡੂੰਗੀ ਸੀ। ਡੂੰਘੀ ਸਾਫ਼ ਪਾਣੀ ਸੀ, ਥੱਲੇ ਵੀ ਨਜ਼ਰ ਆ ਰਿਹਾ ਸੀ, ਕੋਈ ਸ਼ੈ ਨਜ਼ਰ ਹੀ ਨਹੀਂ ਸਾਫ਼ ਸੀ ਸੁਥਰਾ ਆਉਂਦੀ, ਪਾਣੀ। ਸਾਫ਼ ਬਿਲਕੁਲ ਹਾਂ। ਚਿੱਟਾ। ਤੇ ਅਸੀਂ ਉਹਨੇ ਕਿਹਾ ਕਿ ਸਿਰਫ ਤੁਸੀਂ 5 ਤੋਂ 7 ਮਿੰਟ ਵੇਟ ਕਰੋ, ਤੁਹਾਡੇ ਕੋਲ ਬੰਦਾ ਆਏਗਾ, ਤੁਸੀਂ ਮੈਨੂੰ ਰਾਸਤੇ 'ਚ ਰਹੋ ਨਾ, ਤੁਹਾਨੂੰ ਪਤਾ ਲੱਗੇ ਇੱਥੇ ਬੋਸਨੀਆ ਵੱਲੋਂ ਕੋਈ ਆ ਰਿਹਾ ਕਿ ਨਹੀਂ, ਡੈਂਕਰ ਕਹਿੰਦਾ। ਤੇ 5 ਕੋ ਜਿਹੜੀ ਜ਼ਮੀਨ ਸੀ ਉਹ ਸਿੱਧੀ ਹੀ ਫਲੈਟ ਸੀ। ਫਲੈਟ ਅੱਛਾ ਅੱਛਾ, ਨਜ਼ਰ ਆਉਂਦਾ ਸੀ, ਮਤਲਬ ਪਹਾੜੀ ਇਲਾਕਾ ਨਹੀਂ ਹੈ। ਪਹਾੜੀ ਇਲਾਕਾ ਹੈ ਸਨ, ਉਹ ਪਰਾਂ ਸਨ, ਅੱਛਾ ਅੱਛਾ ਹੋਰ ਪਾਸੇ ਸਨ। ਅੱਛਾ ਉਹ ਤਕਰੀਬਨ 5 ਤੋਂ 7 ਮਿੰਟ ਗੁਜ਼ਰੇ ਨੇ ਤੇ ਉਹ ਬੋਰਡ ਲੈ ਕੇ ਆਇਆ ਕਸ਼ਤੀ ਲੈ ਕੇ ਆ ਗਿਆ। ਹਾਂਜੀ ਉਹਦੀ ਕੀ ਨਾਂ ਲਈਦਾ, ਜਨਰੇਟਰ ਵਾਲੀ। ਅੱਛਾ, ਜਨਰੇਟਰ ਲਈ ਲੱਕੜੀ ਦੀ ਨਾ ਦੂਸਰੀ ਹਵਾ ਵਾਲੀ। ਹਵਾ ਵਾਲੀ, ਉਹਦੇ ਵਿੱਚ ਜਨਰੇਟਰ ਰੱਖਿਆ ਸੀ ਨਾ। ਅੱਛਾ 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 ਅੱਛਾ। ਲੈ ਕੇ ਆਇਆ ਤੇ ਅਸੀਂ ਉਹਨੂੰ ਕਿਹਾ ਕਿ ਉਹ ਆਹੋ ਆ ਰਿਹਾ, ਕਹਿੰਦਾ ਤੁਸੀਂ ਉਹਦੇ ਨਾਲ ਬਹਿ। ਉਹਨੇ ਆਂਦਿਆ ਸਾਰ ਉਹਨੇ ਕਿਹਾ ਪਾਕਿਸਤਾਨੀ, ਅਸੀਂ ਕਿਹਾ ਅਸੀਂ ਆ ਪਾਕਿਸਤਾਨੀ। ਤੇ ਸਾਨੂੰ ਉਹਨੇ ਕਿਹਾ ਸੀ ਪਹਿਲੇ ਪਾਕਿਸਤਾਨੀ ਜਾਣਗੇ, ਅੱਛਾ ਜੀ। ਇੰਗਲਿਸ਼ 'ਚ ਉਹਨੇ ਕਿਹਾ, ਅੱਛਾ ਬਾਅਦ 'ਚ ਇਹ ਇਰਾਨੀ ਜਾਣਗੇ। ਅੱਛਾ, ਵਾਹ ਜੀ। ਅਸੀਂ ਬਹਿ ਗਏ 12 ਦੇ 12 12 ਦੇ 12 ਇੱਕ ਵਾਰ। ਇੱਕ ਵਿੱਚ ਹੀ। ਅੱਛਾ, ਬੰਦੇ ਜ਼ਿਆਦਾ ਬੈਠੇ ਸੋ ਜਾਂ ਘੱਟ ਬੈਠੇ ਹੋ? ਕਸ਼ਤੀ ਹੈ ਹੀ 12 ਜੋ ਵੀ? ਹਾਂ ਹੈ ਸੀ। ਅੱਛਾ ਮੈਂ ਸਭ ਤੋਂ ਐਂਡ ਤੇ ਬੈਠਾ ਨਾ, ਮੈਂ ਕਿਹਾ ਪਾਣੀ ਵਿੱਚ ਪਿਆ ਸੀ, ਮੈਂ ਕਿਹਾ ਬੂਟ ਵੀ ਗਿੱਲੇ ਹੋ ਜਾਣੇ ਤੇ ਕੱਪੜੇ ਅੱਗੇ ਉਲਝਣ ਰਹਿਣੀ। ਅੱਛਾ ਉਹਨਾਂ ਬਿਠਾ ਕੇ ਅਸੀਂ ਤਕਰੀਬਨ ਨਹਿਰ ਪਾਰ ਕੀਤੀ। ਨਹਿਰ ਪਾਰ ਕਰਨ ਤੋਂ ਬਾਅਦ ਉਹਨਾਂ ਲਾਇਆ ਨਾ ਸਾਨੂੰ, ਉਹਨਾਂ ਕਿਹਾ 2 ਮਿੰਟ ਲੱਥੋ। ਇੱਕ ਨੇ ਮਤਲਬ ਅੱਗੇ ਟੁਰਨ ਲੱਗਾ, ਉਹ ਨਾਲਾ ਜਿਹਾ ਟੈਪ ਸੀ ਨਹਿਰ ਦੇ ਨਾਲ, ਉਹਦੇ ਵਿੱਚ ਡਿੱਗਿਆ ਤੇ ਸਾਰੇ ਕੱਪੜੇ ਭਿੱਜ ਗਏ। ਤੇ ਅਸੀਂ ਬਾਹਰ ਇੱਕ ਸਾਈਡ ਤੇ ਖਲੋਤੇ ਰਹੇ। ਉਹਨੇ ਉਹੀ ਫਿਰ ਚੁੱਕ ਕੇ ਨਾ ਦੋਵਾਂ ਜਣਿਆਂ ਨੇ, ਉਹਨਾਂ ਨੇ ਉਹ ਤੈਰੂ ਸਨ, ਉਹ ਵਿੱਚ ਵੀ ਵੜ ਜਾਂਦੇ ਸਨ। ਉਹਨਾਂ ਚੁੱਕ ਕੇ ਫਿਰ ਉਹ ਨਾਲਾ ਵੀ ਪਾਰ ਕਰਾਇਆ ਨਾ। ਅੱਛਾ। ਤੇ ਨਾਲਾ ਪਾਰ ਕਰਾ ਕੇ ਨਾਲ ਹੀ ਬੰਨੇ ਦੇ ਉੱਤੇ ਗੱਡੀ ਖਲੋਤੀ ਸੀ, ਨਹਿਰ ਦੇ ਬੰਨੇ ਤੇ ਆਈ ਸੀ ਏਜੰਟ ਦੀ। ਹਾਂਜੀ, ਅੱਛਾ, ਪੁਰਾਣੀ ਗੱਡੀ ਸੀ, ਪੁਰਾਣੇ ਦੌਰ ਦੀ। ਅੱਛਾ, ਉਹਦੇ ਵਿੱਚ ਅਸੀਂ ਬੈਠੇ ਹਾਂ 12 ਦੇ 12। ਅੱਛਾ। ਜਾਂ ਸਾਨੂੰ ਰੋਡ ਤੇ ਛੱਡ ਗਿਆ। ਪਿਛਲੇ ਜਿਹੜੇ ਹਨ ਉਹਨਾਂ ਨੂੰ ਨਹੀਂ? ਪਿਛਲੇ ਸਾਨੂੰ ਨਹੀਂ ਮਿਲੇ। ਅੱਛਾ, ਉਹ ਤੁਸੀਂ ਬਸ ਲੈ ਦੱਸੋ ਤੁਸੀਂ? ਅਸੀਂ ਲੈਦਾ ਸਾਂ, ਸਾਨੂੰ ਉਹ ਲੈ ਕੇ ਗਿਆ। ਤਕਰੀਬਨ ਘੰਟਾ ਡੇਢ ਗੱਡੀ ਟੁਰੀ ਹੈ, ਉਹਦੇ ਪਿੰਡਾਂ ਵਿੱਚੋਂ ਵੀ ਲੰਘੇ। ਸਟੇਸ਼ਨ ਤੋਂ ਨਾ ਤਕਰੀਬਨ 5-7 ਕਿਲੋਮੀਟਰ ਪਿੱਛੇ ਉਹਨੇ ਲਾਤਾ ਸਾਨੂੰ ਰਾਹ ਦੱਸਤਾ, ਇਹ ਰੋਡ ਨਹੀਂ ਛੱਡਣਾ ਤੁਸੀਂ, ਇਹ ਸਟੇਸ਼ਨ ਤੇ ਜਾਏਗਾ, ਬਸ ਸਟੇਸ਼ਨ ਤੇ। ਸਾਰਾ ਮੁਲਕ ਹੀ ਮੁਸਲਮਾਨਾਂ ਦਾ ਨਾ? ਹਾਂਜੀ, ਬੋਸਨੀਆ ਮੁਸਲਮਾਨਾਂ ਦਾ ਮੁਲਕ। ਉਹ ਮੁਸਲਮਾਨਾਂ ਦਾ ਮੁਲਕ ਹੈ। ਤੇ ਉਹ ਜਿਹੜਾ ਨਾ ਜਿਹੜਾ ਕਰੋਸ਼ੀਆ ਦੇ ਬਿਲਕੁਲ ਨਾਲ ਲੱਗਦਾ ਨਾ, ਉਧਰ ਨੇ ਜ਼ਿਆਦਾ ਮੁਸਲਮਾਨ ਨਹੀਂ, ਸਾਈਂ ਸਾਈ ਉਧਰ ਨੇ। ਅੱਛਾ, ਸਾਈਂ ਵੀ ਹੈ ਨੇ। ਸੁਣਿਆ ਇੱਕ ਹੋਰ ਬੜੀ ਗੱਲ ਹੈ, ਪਾਕਿਸਤਾਨੀ ਦੀ ਬੜੀ ਇੱਜ਼ਤ ਕਰਦੇ ਨੇ ਆ ਵੀ ਬੜੀ ਜ਼ਿਆਦਾ, ਮੈਂ ਕਹਿੰਦਾ ਕਿ ਕਾਫੀ ਇੱਜ਼ਤ ਕਰਦੇ। ਚਲੋ ਜੀ, ਇੱਥੇ ਤੁਸੀਂ ਪਹੁੰਚ ਗਏ ਜੀ ਸਟੇਸ਼ਨ ਤੇ? ਬੱਸ ਸਟੇਸ਼ਨ ਤੇ ਪਿੱਛੇ 4-5 ਕਿਲੋਮੀਟਰ। ਅੱਛਾ। ਅਸੀਂ ਟੁਰਦੇ ਗਏ। ਕੋਈ ਜਿਵੇਂ ਕਿ ਮਾਈਆਂ ਬਾਹਰ ਆਪਣੇ ਘਰ ਦੇ ਬਾਹਰ, ਉਹ ਕੋਈ ਆਵੇ, ਕੋਈ ਪਾਣੀ ਦੀ ਬੋਤਲ ਦੇ ਜਾਵੇ। ਵਾਹ ਜੀ ਵਾਹ। ਇੱਕ ਗੱਲ ਤੇ ਮੈਂ ਭੁੱਲ ਹੀ ਗਿਆ, ਉਹ ਅਸੀਂ ਮੋਸਟਰ ਲਿਆਂਦੇ ਸਨ, ਸਿਰਫ ਮੋਸਟਰ ਤੇ ਹਲ ਉਹ ਮੁੰਡੇ ਨੂੰ ਫੜਾਏ, ਉਹ ਛਾਪਰ 'ਚ ਪਾਏ ਸਨ। ਅੱਛਾ। ਜਿਉਂ ਅਸੀਂ ਨਹਿਰ ਪਾਰ ਕਰਨ ਲੱਗੇ ਨਾ, ਉਹ ਛਾਪਰ ਨਹਿਰ ਹੀ ਡਿੱਗ ਪਿਆ ਸਾਰਾ ਤੇ ਸਾਰਾ, ਇੱਕ ਵੀ ਨਹੀਂ ਪੀਤਾ ਹੈ। ਹੋਰ ਅੱਛਾ, ਅਸੀਂ ਉਹਦਾ ਤੋੜ ਸਰੈਵੋ ਕੈਂਪ ਤੱਕ ਨਾ ਜੀਣਾ ਆਰਾਮ ਕੀਤਾ ਸੀ ਮੁੰਡੇ ਦਾ। ਅੱਛਾ ਅੱਛਾ। ਉਹ ਮਾਈਆਂ ਕੀ ਮਤਲਬ ਕਰਦੀਆਂ ਹਨ ਜੀ? ਮਾਈਆਂ ਕੋਈ ਪਾਣੀ ਦੇ ਦੇਵੇ, ਉਹ ਉੱਥੇ ਬੁਰਕ ਚੱਲਦੇ ਨੇ। ਬੁਰਕ ਕਰੰਸੀ ਦਾ ਨਾਂ ਹੈ? ਨਹੀਂ ਬੁਰਕ ਬਰਗਰ ਪਾਕਿਸਤਾਨੀ। ਅੱਛਾ ਜਾਂ ਬੁਰਕ, ਉੱਥੇ ਬੁਰਕ ਚੱਲਦੇ ਨੇ। ਅੱਛਾ। ਉਹ ਵੀ ਬੁਰਕ ਹੀ ਖਾਂਦੇ ਨੇ ਰੋਟੀ ਦੀ ਜਗ੍ਹਾ ਤੇ, ਜਿਵੇਂ ਕਿ। ਅੱਛਾ। ਮਾਰਕ ਚੱਲਦੀ ਕਰੰਸੀ ਉੱਥੇ। ਥੋੜਾ ਜਿਹਾ ਇੱਧਰ ਆ ਜਾ, ਵੀਡੀਓ ਦੇ ਵਿੱਚ ਹੀ ਆ ਜਾ। ਹੈ ਯਾਰ, ਸੂਰਜ ਪੈ ਰਿਹਾ ਸਾਹਮਣੇ। ਹਾਂਜੀ, ਇੱਥੇ ਆ ਠੀਕ। ਅੱਛਾ ਜੀ, ਉੱਥੇ ਚੱਲਦੇ ਮਾਰਕ ਚੱਲਦੇ ਨੇ ਮਾਰਕ। ਅੱਛਾ, ਮਾਰਕ ਜਾਂ ਮਾਰਕ। ਅੱਛਾ, ਕੈਮ। ਅੱਛਾ। ਤੇ ਉੱਥੇ ਅਸੀਂ 4-5 ਕਿਲੋਮੀਟਰ ਟੁਰੇ ਹਾਂ ਤੇ ਸਟੇਸ਼ਨ ਤੇ ਗਏ। ਉਹਨੇ ਕਿਹਾ ਕਿ 13 ਯੂਰੋ ਦੀ ਟਿਕਟ ਹੈ। ਯੂਰੋ ਲੈਂਦੇ ਸਨ ਟਿਕਟ ਤੇ। ਮਾਰਕ ਸਾਡੇ ਕੋਲ ਸਰੈਵੋ ਤੱਕ ਕੈਪੀਟਲ ਹੈ ਜਿਹੜਾ, ਕੈਪੀਟਲ ਦਾ ਸਰੈਵੋ, ਬੋਸਨੀਆ ਦਾ। ਅੱਛਾ। ਉੱਥੋਂ ਅਸੀਂ ਬਹਿ ਗਏ ਹਾਂ
ਉਹਨੂੰ 70 ਯੂਰੋ ਦਿੱਤੇ ਸੀ ਜਾਂ ਚਾਰ ਜਣਿਆਂ ਨੇ। 70 ਉਹਨੇ 70 ਹੀ ਨੱਪ ਗਿਆ ਤਕਰੀਬਨ, ਸਾਨੂੰ ਵਾਪਸੀ ਨਹੀਂ ਦਿੱਤੇ ਨਾ। ਟੈਕਸੀ ਵਾਲਾ ਨਹੀਂ, ਬੱਸ ਵਾਲਾ ਸੀ, ਅਰਬਾ ਟੈਪ ਸੀ। ਅੱਛਾ। ਤੇ ਉਹਨੇ ਸਾਨੂੰ ਨਾ ਵਾਪਸ ਦਿੱਤੇ ਨਾ, ਅਸੀਂ ਵੀ ਪੁੱਛਿਆ, ਅਸੀਂ ਕੋਈ ਗੱਲ ਨਹੀਂ ਕੀਤੀ ਉਹਨੂੰ ਪੈਸਿਆਂ ਬਾਰੇ ਨਾ। ਤੇ ਉਹ ਆਪਣਾ ਉਹਨੇ ਜਾ ਕੇ ਸਰਾਵੋ ਲਾਇਆ ਸਾਨੂੰ, ਗੱਡੀ 'ਚ ਲੱਥਿਆ ਨਾ, ਤਕਰੀਬਨ ਥੋੜਾ ਜਿਹਾ ਟੁਰੇ ਹਾਂ ਅਸੀਂ, ਸਾਨੂੰ ਨਹੀਂ ਸੀ ਪਤਾ ਹੁਣ ਜਾਣਾ ਕਿੱਧਰ ਹੈ। ਅੱਛਾ। ਚਾਰੋਂ ਪਾਸੇ ਜਿਹੋ ਜਿਹੀਆਂ ਸੜਕਾਂ ਸਨ। ਅੱਛਾ। ਉਹ ਫਿਰ ਪੁਲਿਸ ਵਾਲਾ ਇੱਕ ਆਇਆ ਗੱਡੀ 'ਚ, ਉਹਨੇ ਸਾਨੂੰ ਕਾਰਟ ਵਿਖਾਇਆ ਆਪਣਾ, ਕਿਹਾ ਮੇਰਾ ਕਾਰਟ ਵੇਖੋ। ਤੇ ਮੈਂ ਸਿਕਿਉਰਟੀ ਵਾਲਾ ਮਤਲਬ ਪੁਲਿਸ ਵਾਲਾ ਵਾਂ। ਸਿਵਲ 'ਚ ਸੀ? ਹਾਂਜੀ, ਸਿਵਲ 'ਚ ਕਾਰਟ ਵਿਖਾਇਆ ਨਾ ਬਕਾਇਦਾ ਉਹਨੇ, ਸਿਵਲ 'ਚ ਸੀ। ਉਹਨੇ ਕਿਹਾ ਸਿੱਧਾ ਚਲੇ ਜਾਓ, 2 ਨੰਬਰ ਹੀ ਨਹੀਂ ਕਰਨੀ ਹੈ, ਸਹੀ ਹੈ। ਤੇ ਫਿਰ ਮਤਲਬ ਉੱਥੇ ਪੁਰਾਣੇ ਜੀ ਹੈ ਨੇ ਬੋਸਨੀਆ 'ਚ, ਪਾਕਿਸਤਾਨੀ ਵੀ ਹੈ ਨੇ, ਸਾਰੇ ਨੇ। ਉਹ ਫਿਰ ਤੁਹਾਨੂੰ ਪਤਾ ਇੱਕ ਚੋਰੀ ਕਰਦਾ ਨਾ ਸਾਰਿਆਂ ਦਾ ਲੱਗਦਾ। ਤੇ ਤਾਂ ਕਰਕੇ ਅਸੀਂ ਉੱਥੋਂ ਮਤਲਬ ਤੁਰੇ ਹਾਂ, ਟੁਰਦੇ ਗਏ ਹਾਂ, ਤਕਰੀਬਨ ਸ਼ਾਮਾਂ ਪੈ ਗਈਆਂ। 4 ਵਜੇ ਗੱਡੀ 'ਚ ਲੱਥੇ ਸਾਂ ਤੇ ਸ਼ਾਮਾਂ ਪੈ ਗਈਆਂ, ਹਨੇਰਾ ਹੋ ਗਿਆ। ਤੇ ਪਾਕਿਸਤਾਨੀ ਬੜੀ ਆਵਾਮ ਮਿਲ ਗਈ। ਫਿਰ ਇੱਕ ਬੰਦਾ ਸਾਨੂੰ ਆਪ ਹੀ ਲੈ ਗਿਆ ਤੋੜ ਕੈਂਪ ਤੀਰਾ ਹੈ ਨਾ। ਉਹਨੇ ਪਹਿਲੇ ਦਿਨ ਮਤਲਬ ਰੋਟੀ ਨਹੀਂ ਕਾਰਟ ਤੋਂ ਬਗੈਰ ਦਿੰਦੇ। ਉਹ ਬੋਸਨੀਆ ਕੈਂਪ ਹੈ ਨਾ ਜਿਹੜਾ, ਉੱਥੇ ਕਾਰਟ ਬਣੇ ਹੋਏ ਨੇ ਬਕਾਇਦਾ ਬੰਦੀ ਜੀਆਂ ਦੇ ਨਾ, ਜਿੱਥੇ ਰੋਟੀ ਦਿੰਦੇ ਨੇ। 3 ਟਾਈਮ ਰੋਟੀ ਦਿੰਦੇ ਨੇ। ਉਹ ਕੈਂਪ ਰਿਹਾਇਸ਼ ਵੀ ਦਿੰਦੇ ਨੇ? ਰਿਹਾਇਸ਼ ਵੀ ਮਤਲਬ ਠੀਕ ਹੈ ਰਿਹਾਇਸ਼ ਤੇ, ਲੇਕਿਨ ਅਸੀਂ ਵੀ ਗੰਦ ਪਾਇਆ ਹੋਇਆ ਨਾ ਉੱਥੇ, ਜਿਵੇਂ ਕਿ ਜਿਹੋ ਜਿਹਾ ਵੀ ਹੈ, ਲੇਕਿਨ ਖਾਣ ਪੀਣ ਵਧੀਆ। ਕਿਸ ਤਰ੍ਹਾਂ ਦਾ ਕੀ ਸਹੂਲਤਾਂ ਤੁਹਾਨੂੰ ਦਿੰਦੇ ਨੇ ਅੰਦਰ? ਰਹੇ ਰਹੇ ਹੋ ਕੈਂਪ 'ਚ ਉੱਥੇ? ਹਾਂਜੀ, 4-5 ਦਿਨ ਰਿਹਾ ਮੈਂ। ਅੱਛਾ। ਕੀ ਕਿਸ ਤਰ੍ਹਾਂ ਦਾ ਕੈਂਪ ਹੈ ਉਹ ਜ਼ਰਾ ਦੱਸੋ ਜਨਾਬ। ਕੈਂਪ ਤੇ ਠੀਕ ਹੈ, ਉਹ ਆਪਣਾ ਰੋਟੀ ਦਿੰਦੇ ਨੇ, ਦਵਾਈ ਕਿ ਤਬੀਅਤ ਖਰਾਬ ਆਪਣੀ ਪਾਕਿਸਤਾਨੀ ਨਹੀਂ, ਬ੍ਰੈਡ ਹੁੰਦੀ ਹੈ, ਸਹੀ ਹੈ। ਆਪਣੀ ਰੋਟੀ ਸਵੇਰ 4 ਅੰਡੇ ਦਿੰਦੇ ਨੇ ਨਾਸ਼ਤੇ ਟਾਈਮ। ਹਾਂਜੀ, ਵਾਹ ਜੀ ਵਾਹ। ਦੁੱਧ ਦਿੰਦੇ ਨੇ, ਜੂਸ ਦਿੰਦੇ ਨੇ। ਤੇ ਉਹ ਕੈਂਪ 'ਚ ਵਾਕਈ ਸਾਡਾ ਤਾਂ ਦਿਲ ਲੱਗ ਗਿਆ ਸੀ ਉੱਥੇ, ਯਕੀਨ ਕਰੋ। 4 ਅੰਡੇ ਯਾਰ। ਉਹ ਹਾਲੇ ਵੀ ਜਿਹੜਾ ਨਵਾਂ ਕੈਂਪ ਸ਼ੁਰੂ ਹੋਇਆ ਨਾ ਲੀਪਾ, ਅੱਛਾ, ਉਹਦੀ ਮੈਂ ਸਟੋਰੀ ਦੱਸਣਾ। ਅੱਛਾ। ਤੇ ਉੱਥੇ ਰੋਟੀ ਮਤਲਬ ਇਤਨਾ ਦਿੰਦੇ ਸਨ ਕਿ ਬੰਦਾ ਫੁੱਲ ਹੋ ਜਾਂਦਾ ਸੀ, ਰੱਜ ਜਾਂਦਾ ਸੀ। ਤੇ ਬੰਦੇ ਕਿੰਨੇ ਕਿੰਨੇ ਉਸ ਕੈਂਪ 'ਚ ਜੀ? ਮੈਂ ਕਹਿੰਦਾ ਹਜ਼ਾਰਾਂ ਦੀ ਤਾਦਾਦ ਨਾਲ ਬੰਦੇ ਸਨ। ਰੋਟੀ ਕਿਹੜੇ ਮੁਲਕ ਦੇ ਜ਼ਿਆਦਾ ਨੇ ਉੱਥੇ? ਉੱਥੇ ਜ਼ਿਆਦਾ ਪਾਕਿਸਤਾਨੀ। ਹੋਰ ਕਿਹੜੇ ਕਿਹੜੇ ਮੁਲਕਾਂ ਦੇ ਲੋਕ ਨੇ? ਹੋਰ ਹੈ ਇੱਧਰ ਅਫਰੀਕਾ ਦੇ ਨੇ, ਕਾਲੇ, ਅਫਗਾਨੀ ਵੀ, ਬੰਗਾਲੀ ਨੇ, ਅਫਗਾਨੀ ਨੇ, ਪਾਕਿਸਤਾਨੀ ਨੇ, ਹੋਰ ਵੀ ਕਈ ਮੁਲਕਾਂ ਦੇ ਨੇ। ਸੁਣਿਆ ਉੱਥੇ ਹੁੰਦੇ ਧਾੜ ਹੁੰਦੇ ਨੇ, ਖਬਰਾਂ 'ਚ ਵੀ ਸੁਣੀਆ। ਬਿਲਕੁਲ ਹੁੰਦੇ ਨੇ। ਮੇਰੇ ਹੁੰਦਿਆਂ ਵੀ ਇੱਥੇ ਬੰਦਾ ਫੌਤ ਹੋਇਆ ਸੀ ਤਕਰੀਬਨ। ਲੜਾਈ ਸੀ? ਪਤਾ ਨਹੀਂ, ਉਹ ਫਾਂਸੀ ਲੱਗਾ ਹੋਇਆ ਸੀ, ਲਾਇਆ ਸੀ ਉੱਥੇ ਹੀ ਸਾਂ ਮੈਂ ਉਸ ਕੈਂਪ ਦੇ ਅੰਦਰ। ਹਾਂਜੀ, ਕੈਂਪ ਦੇ ਅੰਦਰ ਉਹਨੇ ਫਾਂਸੀ ਲਈ ਹੈ। ਕੈਂਪ ਜਿਹੜਾ ਸੀ ਨਾ ਉਹ ਲੀਪਾ, ਉਹ ਜੰਗਲ ਦੇ ਵਿੱਚ ਹੈ। ਅੱਛਾ ਅੱਛਾ, ਉਹ ਅੱਗੇ ਕੈਂਪ ਨਾ। ਹਾਂਜੀ, ਉਹ ਅੱਗੇ ਦੱਸਾਂਗਾ। ਅੱਛਾ। ਉਹ ਆਪਣਾ ਉੱਥੇ 4-5 ਦਿਨ ਰਹੇ ਆ, ਨਿਜ਼ਾਮ ਠੀਕ ਸੀ। ਮਤਲਬ ਮੇਰੇ ਕੋਲ ਨਾ ਬੇਫਾਰਮ ਸੀ ਇੱਕ ਨਿਕਾਇਆ ਵਰਕਾ, ਵਰਕੇ ਤੇ ਵੀ ਰੋਟੀ ਦੇ ਦਿੰਦੇ ਸਨ। ਉਹ ਕੋਈ ਵੀ ਵਰਕਾ ਹੋਏ ਨਹੀਂ, ਉਹਨਾਂ ਨੇ ਲਿਖਿਆ ਹੁੰਦਾ ਸੀ ਨਾ ਵਰਕੇ ਤੇ। ਉਹ ਮੈਂ ਵਰਕਾ ਮਤਲਬ ਲੈ ਕੇ ਜਾਣਾ, ਤੇ ਜਦੋਂ ਪੁਲਿਸ ਵਾਲੇ ਨੇ ਪੁੱਛਣਾ ਨਾ, ਮੈਂ ਡੋਲ ਇਵੇਂ ਜੇਬ 'ਚੋਂ ਕੱਢਣਾ, ਤੇ ਇਵੇਂ ਮੈਂ ਧਿਆਨ ਲੱਗ ਜਾਣਾ ਨਾਲ ਮੋਬਾਈਲ ਦੇ ਨਾਲ ਇਵੇਂ। ਤੇ ਉਹਨੇ ਕਹਿਣਾ ਠੀਕ ਹੈ ਜਾ। ਉਹ ਜਾ ਕੇ ਵੇਖਣਾ ਨਹੀਂ ਹੈ, ਖਾਲੀ ਵਰਕਾ ਸਾਫ, ਕੋਈ ਸ਼ੈ ਨਹੀਂ ਲਿਖੀ ਹੋਈ। ਅੱਛਾ। ਉੱਥੇ ਤਕਰੀਬਨ 3-4 ਦਿਨ ਚੱਲਦਾ ਰਿਹਾ। ਇੱਕ ਦਿਨ ਉਹਨੇ ਚੈੱਕ ਕਰ ਲਿਆ, ਉਹੀ ਵਰਕੇ ਤੇ ਅਸੀਂ ਸਾਰੇ। ਅੱਛਾ, ਮਤਲਬ ਪੁਲਿਸ ਵਾਲੇ ਹੱਡਰਾਮ ਹਨ, ਵੇਖਦੇ ਨਹੀਂ ਹੈ ਲੈ ਆ ਵਰਕੇ 'ਚ ਕੀ ਹੈ। ਹਜ਼ਾਰਾਂ ਦੇ ਹਿਸਾਬ ਨਾਲ ਜੀ ਸਨ। ਉਹ ਕਿੰਨਿਆਂ ਕੁ ਨੂੰ ਚੈੱਕ ਕਰਨ। ਅੱਛਾ ਅੱਛਾ। ਕਿੰਨਿਆਂ ਕੁ ਨੂੰ ਮਤਲਬ ਕਈਆਂ ਨੂੰ ਚੈੱਕ ਕਰ ਲੈਂਦੇ ਸਨ, ਕਈਆਂ ਨੂੰ ਨਹੀਂ ਸੀ ਕਰਦੇ, ਕਈ ਫਿਰ ਖਾ ਆਉਂਦੇ ਸਨ। ਕਈ ਗਰੀਬ ਡਰਦੇ ਮਾਰੇ ਜਾਂਦੇ ਹੀ ਨਹੀਂ ਸਨ, ਬੇਇੱਜ਼ਤੀ ਨਾ ਹੋ ਜਾਵੇ। ਨਹੀਂ, ਅੰਦਰ ਨਹੀਂ ਰਹਿੰਦੇ। ਰੋਟੀ ਮਤਲਬ ਤੁਸੀਂ ਰਿਹਾਇਸ਼ ਅਗਰ ਅੰਦਰ ਰੱਖੀ ਤੁਹਾਨੂੰ ਰੋਟੀ ਫਿਰ? ਅਸੀਂ ਕੈਂਪ 'ਚ ਚੋਰੀ ਵੜੇ ਆ, ਡਾਇਰੈਕਟ ਨਹੀਂ ਵੜੇ, ਉਹਨਾਂ ਦੇ ਹੁੰਦੇ ਆ। ਅੱਛਾ, ਸਹੀ ਹੋ ਗਿਆ, ਠੀਕ ਹੈ। ਤੇ ਉੱਥੇ 5-6 ਦਿਨ ਰਹੇ ਹਾਂ ਅਸੀਂ। ਫਿਰ ਬਣਾਇਆ ਲੀਪੇ ਕੈਂਪ ਇੱਥੇ ਬੋਸਨੀਆ ਦੇ ਵਿੱਚ, ਕਰੋਸ਼ੀਆ ਦੇ ਬਾਰਡਰ ਦੇ ਬਿਲਕੁਲ ਨਾਲ। ਅੱਛਾ ਅੱਛਾ ਅੱਛਾ। ਤੇ ਉਹ ਨਾਂ ਕੀ ਲਈਦਾ, ਮੈਨੂੰ ਸ਼ਹਿਰ ਦਾ ਨਾਂ ਨਹੀਂ ਯਾਦ ਆ ਰਿਹਾ, ਜਿਹੜਾ ਜਿੱਥੇ ਲੀਪਾ ਕੈਂਪ ਹੈ। ਅਸੀਂ ਉਹ ਲੀਪੇ ਦੀਆਂ ਟਿਕਟਾਂ ਲੈ ਲਈਆਂ
ਬੱਸ ਦੀਆਂ ਕਨੋ ਹਾਂਜੀ ਬੱਸ ਦੀਆਂ ਤਕਰੀਬਨ 20 ਯੂਰੋ ਦੀ ਟਿਕਟ ਹੋਈ। ਯੂਰੋ ਚੱਲਦਾ ਉੱਥੇ? ਯੂਰੋ ਚੱਲਦੇ ਨੇ, ਅੱਛਾ, ਅੱਛਾ। ਮਤਲਬ ਹਰ ਦੁਕਾਨ ਤੇ ਚੱਲ ਜਾਂਦੇ ਨੇ, ਸਹੀ ਹੈ, ਠੀਕ ਚੇਂਜ ਵੀ ਹੋ ਜਾਂਦੇ ਨੇ। ਅੱਛਾ। ਉਂਝ ਉਹਨਾਂ ਦੀ ਕਰੰਸੀ ਹੈ ਮਾਰਕ। ਅੱਛਾ। ਮਾਰਕ। ਉੱਥੋਂ ਟਿਕਟਾਂ ਲਈਆਂ ਨੇ, ਅਸੀਂ ਲਿਪਿਆਲ ਨੂੰ ਨਿਕਲੇ ਹਾਂ, ਤਕਰੀਬਨ ਰਾਤ ਕਾਫੀ ਹੋ ਗਈ ਸੀ। ਉੱਥੇ ਲੁੱਟ ਵੀ ਲੈਂਦੇ ਨੇ, ਮਤਲਬ ਨਾ ਪਠਾਨ ਅਕਸਰ ਲੀਪੇ ਦੇ ਉਹ ਜੰਗਲ ਦੇ ਲੁੱਟ ਲੈਂਦੇ ਨੇ ਉੱਥੇ ਦੇ ਲੋਕ, ਪਠਾਨ ਉੱਥੋਂ ਦੇ ਲੋਕ ਬਾਰਡਰ। ਹਾਂਜੀ। ਅੱਛਾ। ਪਾਕਿਸਤਾਨੀ ਵੀ ਇਹੋ ਜਿਹੇ 2 ਨੰਬਰ ਕੰਮ ਕਰਦੇ ਨੇ। ਲੀਪੇ ਜਦੋਂ ਕੈਂਪ ਦੇ ਉਤਰੇ ਹੋ ਬੱਸ ਤੋਂ? ਹਾਂਜੀ। ਉੱਥੋਂ ਪਿੱਛੇ ਹੀ ਉਹਨਾਂ ਲਾਤਾ, ਬੱਸ ਵਾਲਿਆਂ ਨੇ, ਚੌਂਕੀ ਵਾਲਿਆਂ ਨੇ, ਪੁਲਿਸ ਵਾਲਿਆਂ ਨੇ ਲਾ ਲਿਆ, UN ਵਾਲਿਆਂ ਨੇ। ਅੱਛਾ ਅੱਛਾ। ਉਹਨਾਂ ਸਾਨੂੰ ਖਾਣ ਪੀਣ ਦਾ ਸਮਾਨ ਦਿੱਤਾ, ਖਜੂਰਾਂ, ਬਦਾਮ, ਪਿਸਤਾ, ਖਰੋਟ, ਸੌਂਗੀਆਂ। ਅੱਛਾ ਜੀ। ਤੇ ਜਰਾਬਾਂ। ਮੈਨੂੰ ਫਿਰ ਬੂਟ ਵੀ ਨਵੇਂ ਮਿਲੇ ਉੱਥੋਂ। ਉਹਨਾਂ ਦਿੱਤੇ UN ਵਾਲਿਆਂ ਨੇ? ਉਹਨਾਂ ਨੇ ਕੈਂਪ ਬਣਾਇਆ ਆਪਣਾ, ਉਹਨਾਂ ਦਾ ਕੋਈ ਸਿਸਟਮ ਹੋਏਗਾ ਉੱਥੇ? ਹਾਂਜੀ। ਉੱਥੇ ਉਹਨਾਂ ਟ੍ਰੇਨ ਹੁੰਦੀ ਸੀ ਇੱਕ ਬੱਸ, ਉਹਨਾਂ ਖਿਲਾਰ ਕੇ ਨਾ ਉਹਨਾਂ ਨੂੰ ਸਮਾਨ ਦੇ ਕੇ ਉਹਨਾਂ ਦੀ ਛੁੱਟੀ। ਅੱਛਾ ਅੱਛਾ। ਉਹਨੇ ਕਿਹਾ ਤੁਸੀਂ ਹੁਣ ਨਾ ਜਾਓ, ਅਗਲੀ ਪੁਲਿਸ ਫੜੇਗੀ, ਸਾਨੂੰ ਵਾਪਸੀ ਕਰੇਗੀ, ਕਿਉਂਕਿ ਉੱਥੇ ਕਾਨੂੰਨ ਚੇਂਜ ਹੋ ਜਾਂਦਾ ਨਾ ਅੱਗੇ, ਫਿਰ ਉਹਨਾਂ ਦਾ ਸਰਬੀਆ ਵਾਲਿਆਂ ਦਾ ਆ ਜਾਂਦਾ, ਸਾਈਆਂ ਦਾ, ਪਿੱਛੇ ਮੁਸਲਮਾਨਾਂ ਦਾ। ਉਹਨੇ ਕਿਹਾ ਤੁਸੀਂ ਇਵੇਂ ਕਰਕੇ ਜਾਓ, ਉੱਥੋਂ ਟਿਕਟਾਂ ਲਿਆ ਜੇ, ਫਿਰ ਅੱਗੇ ਲੀਪੇ ਜਾਣਾ ਜੇ। ਅੱਛਾ ਅੱਛਾ ਅੱਛਾ। ਅਸੀਂ ਸਾਡੀ ਟੈਕਸੀ ਵਾਲੇ ਨਾਲ ਗੱਲ ਸੀ। ਅੱਛਾ। ਅਸੀਂ ਕੋਈ ਤਕਰੀਬਨ ਉੱਥੋਂ ਹਨੇਰੇ ਪੇ ਟੁਰੇ ਹਾਂ ਚੌਂਕੀ ਤੋਂ। ਉਹ ਚਲੇ ਗਏ ਸਨ, ਸਾਰੇ ਚਲੇ ਗਏ, ਪੁਲਿਸ ਵਾਲੇ ਸਾਨੂੰ ਛੱਡ ਕੇ ਨਾ ਚਲੇ ਗਏ ਸਨ। ਹਨੇਰੇ ਪੇ ਟੁਰੇ ਹਾਂ, ਪਿੰਡਾਂ ਚੋਂ ਨਿਕਲਦੇ ਗਏ ਹਾਂ, ਮਾਈਆਂ ਵੀ, ਡੇਰੇ ਬੰਦੇ ਵੀ ਵੇਖ ਕੇ ਹੱਸਦੇ ਸਨ। ਰੋਡ ਤੋਂ ਟੁਰ ਰਹੇ ਹਾਂ, ਕੋਈ ਚੱਕਰ ਹੀ ਨਹੀਂ ਹੈ, ਟੈਨਸ਼ਨ ਹੀ ਨਹੀਂ ਹੈ। ਅਸੀਂ 12 ਬੰਦੇ। ਬਿਲਕੁਲ। ਤੇ ਜਾ ਆਪਣਾ ਨਾ ਕਿ ਲਈਦਾ ਉੱਥੇ ਲੀਪੇ? ਨਾ ਲੀਪੇ ਨਹੀਂ, ਉਹ ਸ਼ਹਿਰ ਪਾਰ ਕੀਤਾ ਸੀ ਘੁੰਮ ਕੇ ਨਾ ਜੰਗਲਾਂ ਚੋਂ। ਅੱਛਾ। ਵਿੱਚੋਂ ਵੀ ਗਏ, ਅੱਧਾ ਜੰਗਲਾਂ ਚੋਂ ਪਾਰ ਕਰਕੇ ਅੱਗੇ ਟੈਕਸੀ ਵਾਲੇ ਨਾਲ ਰਾਬਤਾ ਸਾਡਾ। ਉਹਨੇ ਕਿਹਾ ਫ੍ਰੀ ਬੰਦੇ ਦੇ 30 ਯੂਰੋ ਲੈਂਦਾ ਸੀ ਉਹ। ਅੱਛਾ। ਉਹਦੇ ਨਾਲ ਸਾਡੀ ਗੱਲ ਹੋਈ, 25 ਯੂਰੋ ਦਾਂਗੇ। 25 ਯੂਰੋ ਨੂੰ ਦਿੱਤੇ ਨੇ, ਤੇ ਉਹਨੇ ਲੀਪੇ ਕੈਂਪ ਦੇ ਨਾ ਰੋਡ ਤੇ ਲਾਇਆ। ਉਹਨੇ ਕਿਹਾ ਇਹ ਰੋਡ ਸਿੱਧਾ ਲੀਪੇ ਦੇ ਵਿੱਚ ਜਾਂਦਾ। ਅਸੀਂ ਇੱਕ ਪਿੰਡ ਦੇ ਮੁੰਡੇ ਨੂੰ ਫੋਨ ਕੀਤਾ ਸੀ ਕਿ ਸਾਨੂੰ ਆ ਕੇ ਲੈ ਜੀ। ਉਹ ਕਹਿੰਦਾ ਸੀ ਮੈਂ ਆਪ ਆਈ ਹਾਂ। ਉੱਥੇ ਰਹਿੰਦਾ ਪਿਆ ਸੀ ਤੁਹਾਡੇ ਪਿੰਡ ਦਾ? ਉਹਨੇ ਵੀ ਤੇਰੀਆਂ ਗੇਮਾਂ ਲਾਈਆਂ ਸਨ, ਵਿਚਾਰਾ ਉੱਥੇ ਹੀ ਸੀ। ਅੱਛਾ ਅੱਛਾ। ਪਰੇਸ਼ਾਨ ਸੀ। ਉਹ ਸਾਨੂੰ ਲੈਣ ਆਇਆ, ਤੇ ਅਸੀਂ 12 ਬੰਦੇ ਸਾਂ, ਫਿਰ ਵੀ ਮਤਲਬ ਡਰ ਕੇ ਜਾ ਰਹੇ ਸਨ, ਨਹੀਂ ਸੀ ਪਤਾ। ਉਹ ਜੰਗਲ ਦੇ ਵਿਚਕਾਰ ਹੈ ਕੈਂਪ, ਆਲੇ ਦੁਆਲੇ ਜੰਗਲ ਹੈ, ਕੋਈ ਆਬਾਦੀ ਨਹੀਂ, ਕੋਈ ਘਰ ਨਹੀਂ ਹੈ, ਮਤਲਬ ਜੰਗਲ 'ਚ ਜਾ। ਅਸੀਂ ਉੱਥੇ ਮਤਲਬ ਕੈਂਪ 'ਚ ਗਏ ਹਾਂ, ਕੈਂਪ 'ਚ ਜਗ੍ਹਾ ਹੀ ਕੋਈ ਨਹੀਂ। ਉਹਨੇ ਕਿਹਾ ਫੁੱਲ ਹੋ ਗਿਆ ਕੈਂਪ, ਮਤਲਬ ਸੌਣ ਵਾਸਤੇ ਜਗ੍ਹਾ ਨਹੀਂ ਸੀ ਹੈ। ਅੱਛਾ। ਅਸੀਂ ਮਤਲਬ ਨਾ ਕਿਹਾ ਹੁਣ ਸਾਨੂੰ ਰੋਟੀ ਦਾ। ਉਹਨੇ ਕਿਹਾ ਰੋਟੀ ਵਾਲਾ ਸਵੇਰ ਤੁਹਾਨੂੰ ਨਾਸ਼ਤੇ ਟਾਈਮ ਜਿਹੜਾ ਨਾ ਟੋਕਨ ਬਣਾ ਦਿਆਂਗੇ ਰੋਟੀ ਦਾ। ਅੱਛਾ। ਟੋਕਨ ਤੋਂ ਬਗੈਰ ਰੋਟੀ ਨਹੀਂ ਦਿੰਦੇ ਆ ਕੈਂਪਾਂ 'ਚ ਨਾ, ਟੋਕਨ ਬਣਵਾਉਣਾ ਪੈਂਦਾ। ਕਾਰਡ ਨਹੀਂ ਚੱਲਦਾ ਜਿਹੜਾ ਪੇਪਰ ਵਾਲਾ ਸਿਸਟਮ ਸੀ, ਉਹ ਅੱਗੇ ਨਹੀਂ ਚੱਲਦਾ ਨਾ, ਹਰ ਕੈਂਪ 'ਚ ਚੇਂਜ ਹੁੰਦੇ ਨੇ ਕਾਰਡ। ਤੇ ਉੱਥੋਂ ਅਸੀਂ ਕਿਹਾ ਸੀ ਰਾਤ ਆਪਣੀ ਨਾ ਗੁਜ਼ਾਰ ਲਾਂਗੇ। ਪਿੱਛੇ ਉਹਨਾਂ ਬਰਸਾਤੀਆਂ ਵੀ ਦਿੱਤੀਆਂ ਸਨ ਸਾਨੂੰ ਨਾ, ਉਹ ਜਿਹਨਾਂ ਬੂਟ ਦਿੱਤੇ ਸਨ। ਅੱਛਾ ਅੱਛਾ ਅੱਛਾ। ਮਸਜਿਦ ਦੇ ਵਿੱਚ। ਮੈਂ ਕਿਹਾ ਰੱਬ ਸੋਨੇ ਦਾ ਘਰ। ਅੱਛਾ, ਮਸਜਿਦ ਉੱਥੇ ਹੈ ਸੀ? ਮਸਜਿਦ ਬੜੀ ਵੱਡੀ ਸੀ, ਤੇ ਕੈਂਪ ਦੇ ਵਿੱਚ ਬਣੀ ਸੀ ਨਾ ਬੜੀ ਵੱਡੀ ਮਸਜਿਦ। ਅੱਛਾ, ਕੈਂਪ ਦੇ ਵਿੱਚ ਤੰਬੂਆਂ ਦੀ। ਅੱਛਾ ਅੱਛਾ। ਤੰਬੂਆਂ 'ਚ ਸੌਂਦੇ ਸਨ ਨਾ, ਤੇ ਅਸੀਂ ਕਿਹਾ ਮਸਜਿਦ 'ਚ ਸੋ ਜਾਵਾਂਗੇ ਅੱਜ ਦੀ ਰਾਤ। ਉਹਨੇ ਕਿਹਾ ਸਵੇਰ 7 ਵਜੇ ਤੋਂ ਪਹਿਲੇ ਨਾ ਉੱਠਿਆ ਕੋਈ, ਮਤਲਬ 7 ਵਜੇ ਤੋਂ ਪਹਿਲੇ ਉੱਠ ਜਾਣਾ। 7 ਵਜੇ ਤੋਂ ਮਤਲਬ ਬਾਅਦ ਮੈਂ ਵੇਖ ਲਿਆ ਨਾ, ਮੈਂ ਤੁਹਾਨੂੰ ਜੰਗਲ 'ਚ ਛੱਡ ਆਣਾ ਤੇ ਕੈਂਪ 'ਚ ਵੜਨ ਨਹੀਂ ਦੇਣਾ। ਫੋਰਮੈਨ ਕਹਿੰਦਾ ਉੱਥੋਂ ਦਾ। ਉਹ ਆਪਣਾ ਅਸੀਂ 7 ਵਜੇ ਗਏ ਹਾਂ, ਉਹਨਾਂ ਬਿਠਾਈ ਰੱਖਿਆ ਸਾਨੂੰ। 8 ਵੱਜ ਗਏ, 8 ਵਜੇ ਉਹਨਾਂ ਟੋਕਨ ਬਣਾ ਕੇ ਦਿੱਤਾ ਰੋਟੀ ਦਾ, ਤੇ 3 ਟਾਈਮ ਰੋਟੀ ਕੀ ਸੀ ਉੱਥੇ, ਇੱਕ 2 ਜਾਮ ਦੀਆਂ ਐਡੀਆਂ ਹੁੰਦੀਆਂ ਨੇ ਪੂੜੀਆਂ, ਤੇ ਅੱਧੀ ਥੋੜੀ ਜਿਹੀ ਸੋਮੀ। ਮਤਲਬ ਨਾ ਬੰਦਾ ਰਹਿ ਸਕਦਾ, ਨਾ ਭੁੱਖਿਆ ਰਹਿ ਸਕਦਾ। ਬਸ ਉਹ ਆਂਦੇ ਨੇ ਕਿ ਜ਼ਿੰਦਾ ਰਵੇ ਬੰਦਾ, ਨਾ ਜ਼ਿੰਦਾ ਰਵੇ ਨਾ ਮਰੇ, ਜਿਵੇਂ ਹਿਸਾਬ ਸੀ ਉੱਥੇ। ਰੋਟੀ ਨਹੀਂ ਉੱਥੇ, ਮੈਂ ਤਾਂ ਮੇਰਾ ਦਿਲ ਲੱਗ ਗਿਆ ਸੀ ਤੇ ਉੱਥੇ। ਅੱਛਾ। ਉੱਥੇ ਮੈਂ ਵਾਵਾ ਕੈਂਪ 3-4 ਕੈਂਪ ਸੀ ਉੱਥੇ, ਮਤਲਬ ਬਿਲਡਿੰਗ ਕੋਈ ਨਹੀਂ ਸੀ?
ਖੈਮੇ ਬਣੇ ਸਨ ਜਿਵੇਂ ਅਰਤਗੁਲ ਵਾਲਾ ਡਰਾਮਾ ਵੇਖਿਆ ਨਾ ਉਵੇਂ ਬਿਲਕੁਲ ਖੈਮੇ ਬਣੇ ਨੇ ਤੇ ਮਾਹੌਲ ਵੀ ਉਵੇਂ ਹੀ ਹੈ ਗੋਲ ਖੈਮੇ। ਅੱਛਾ ਵਾਹ ਜੀ ਵਾਹ। ਗੋਲ ਵੀ ਨੇ ਤੁਹਾਨੂੰ ਐ ਨਹੀਂ ਲੱਗਾ ਅਰਤਗੁਲ ਡਰਾਮੇ ਦੀ ਸ਼ੂਟਿੰਗ ਵਾਲੀ ਜਗ੍ਹਾ ਆ ਗਈ ਹੈ? ਮੈਂ ਤੇ ਆਪੋ ਸੋਚਣਾ ਸਾ ਕਦੀ ਮੈਂ ਵੇਖਣਾ ਸਾ ਨਾ ਮੈਂ ਕਿਹਾ ਯਾਰ ਅਰਤਗੁਲ ਚ ਕਿੱਧਰ ਆ ਗਏ ਤੇ ਇੱਥੇ ਸਟੋਰੀ ਖਤਮ ਨਾ ਕਰੀਏ, ਅਗਲੀ ਸਟੋਰੀ ਅੱਗੋਂ ਫਿਰ ਇੱਥੋਂ ਇਟਲੀ ਦੀ ਗੇਮ ਲਾਣੀ ਉਹ ਅੱਗੇ ਫਿਰ ਲਓ ਜੀ ਦੋਸਤੋ ਅਗਲਾ ਪਾਰਟ ਜਿਹੜੀ ਇਹ ਇੱਥੋਂ ਤੱਕ ਖਤਮ ਕਰਨੇ ਆ। ਬਿਲਕੁਲ ਤੇ ਮੇਰੇ ਖਿਆਲ ਨਾਲ 7ਵਾਂ 8ਵਾਂ ਪਾਰਟ ਖਤਮ ਹੋ ਗਿਆ। 7ਵਾਂ ਤੇ ਇਨਸ਼ਾਅੱਲਾ ਤਾਲਾ ਅਗਲੀ ਜਿਹੜੀ ਇਹਨਾਂ ਦੀ ਡੰਕੀ ਏ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਉਹ ਜ਼ਿਆਦਾ ਖਤਰਨਾਕ ਹੈ। ਮੈਂ ਤਾਂ ਅਗਲੀ ਤੁਹਾਨੂੰ ਫਿਰ ਦੱਸਾਂਗੇ ਪੂਰੀ ਚਾਸ ਆਏਗੀ ਤੁਹਾਨੂੰ ਅਗਲੀ ਦੀ। ਬਿਲਕੁਲ ਕੈਸੀ ਲੱਗ ਰਹੀ ਹੈ ਕਮੈਂਟਸ ਕਰਕੇ ਜ਼ਰੂਰ ਦੱਸੋ। ਤੇ ਅਗਰ ਤੁਸੀਂ ਇਹ ਵੀਡੀਓ ਦੇ ਪਿਛਲੇ ਪਾਰਟ ਵੇਖਣਾ ਚਾਹੁੰਦੇ ਹੋ ਤਾਂ ਇਸ ਸਾਈਡ ਤੇ ਤੁਹਾਨੂੰ ਪਲੇਲਿਸਟ ਨਜ਼ਰ ਆਏਗੀ, ਇੱਕ ਤੁਸੀਂ ਉੱਥੇ ਟਿਕ ਕਰਨਾ ਹੈ, ਤੁਹਾਨੂੰ ਉਹ ਬਾਕੀ ਸਾਰੀਆਂ ਜਿਹੜੀਆਂ ਵੀਡੀਓ ਨੇ ਨਜ਼ਰ ਆ ਜਾਣਗੀਆਂ। ਤੇ ਆਪਣਾ ਖਿਆਲ ਰੱਖੋ ਤੇ ਡੰਕੀ ਵਾਲਾ ਜਿਹੜਾ ਜ਼ੇਨ ਹੈ ਉਹ ਜ਼ਰਾ ਕੱਢ ਦਵੋ। ਮੈਂ ਤੁਹਾਡੇ ਵਾਸਤੇ ਨਹੀਂ ਬਣਾ ਰਿਹਾ ਕਿ ਮਤਲਬ ਤੁਸੀਂ ਤਿਆਰ ਹੋਵੋ ਜੀ, ਮਾਹੌਲ ਤੇ ਠੀਕ ਹੈ, ਜਦੋਂ ਬੰਦਾ ਨਿਕਲਦਾ ਹੈ ਨਾ ਪਤਾ ਫਿਰ ਲੱਗਦਾ। ਹਾਂ ਤੇ ਮੁਸ਼ਕਲ ਹੈ, ਬਾਕੀ ਬਹੁਤ ਜ਼ਿਆਦਾ ਮੁਸ਼ਕਲ ਹੈ। ਪਾਕਿਸਤਾਨ ਹੀ ਬੈਸਟ ਹੈ। ਤਰੀਕਾ ਸੋਚੋ, ਡੰਕੀ ਬਹੁਤ ਮੁਸ਼ਕਲ ਹੈ। ਬਾਈ 에ਅਰ ਦਾ ਕੋਈ ਨਿਜ਼ਾਮ ਬਣਾਓ ਜੇ ਕੋਈ ਬੰਦਾ ਜੇ ਤੇ ਆਪਣਾ ਖਿਆਲ ਰੱਖੋ। ਅੱਲਾ ਹਾਫਿਜ਼। ਅੱਲਾ ਹਾਫਿਜ਼।